ਮਸੀਹੀ ਤਲੀਮ ਦੀ ਕਲਾਸ ਦੇ ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਉਮੀਦ ਹੈ ਕਿ ਤੁਸੀਂ ਸਾਰੇ ਮਸੀਹੀ ਤਾਲੀਮ ਦੀਆਂ ਆਨਲਾਈਨ ਕਲਾਸਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਦੇ ਆ ਰਹੇ ਹੋ। ਕਲਾਸ 12ਵੀਂ ਅੱਜ ਦੀ ਅਸੀਂ ਮਸੀਹੀ ਆਨਲਾਈਨ ਕਲਾਸ ਦੇ ਵਿੱਚ ਅਧਿਆਇ 6ਵਾਂ ਸਲਾਮ ਏ ਮਰੀਮ ਦੀ ਦੁਆ ਅਸੀਂ ਇਸ ਅਧਿਆਇ ਦੇ ਪ੍ਰਸ਼ਨਾਂ ਉੱਤਰਾਂ ਨੂੰ ਕਰਾਂਗੇ। ਪ੍ਰਸ਼ਨ ਪਹਿਲਾ, ਸਲਾਮ ਏ ਮਰੀਮ ਦੀ ਦੁਆ ਕਿੱਥੋਂ ਲਈ ਗਈ ਹੈ? ਉੱਤਰ, ਜਬਰਾਇਲ ਫਰਿਸ਼ਤੇ ਅਤੇ ਸੰਤਨੀ ਐਲਿਜ਼ਬeth ਨੇ ਰੂਹ ਪਾਕ ਦੇ ਨਾਲ ਸਲਾਮ ਏ ਮਰੀਮ ਦਾ ਪਹਿਲਾ ਹਿੱਸਾ ਬਣਾਇਆ। ਕਲੀਸਿਆ ਨੇ ਸ਼ਬਦ ਸਲਾਮ ਏ ਮਰੀਮ ਦੇ ਬਾਅਦ ਅਤੇ ਯਿਸੂ ਤੇਰੇ ਪੇਟ ਦਾ ਫਲ ਦੇ ਬਾਅਦ ਵਿੱਚ ਜੋੜੇ ਹਨ। ਕਲੀਸਿਆ ਨੇ ਦੂਸਰਾ ਹਿੱਸਾ ਯਾਨੀ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਵੀ ਬਣਾਇਆ ਹੈ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ, ਮੁਕੱਦਸ ਮਰੀਮ ਫਜ਼ਲ ਨਾਲ ਭਰੀ ਹੋਈ ਇਸ ਲਈ ਅਖਵਾਉਂਦੀ ਹੈ ਕਿਉਂਕਿ ਉਸਨੇ ਆਪਣੀ ਜ਼ਿੰਦਗੀ ਦੇ ਸ਼ੁਰੂ ਤੋਂ ਹੀ ਹਰ ਇਨਸਾਨ ਅਤੇ ਹਰ ਫਰਿਸ਼ਤੇ ਨਾਲੋਂ ਵੱਧ ਫਜ਼ਲ ਪਾਇਆ। ਤੂੰ ਔਰਤਾਂ ਵਿੱਚੋਂ ਧਨ ਹੈ। ਮੁਕੱਦਸ ਮਰੀਮ ਔਰਤਾਂ ਵਿੱਚੋਂ ਧਨ ਹੈ ਯਾਨੀ ਖੁਸ਼ ਨਸੀਬ ਹੈ ਅਤੇ ਸਭ ਔਰਤਾਂ ਵਿੱਚੋਂ ਤਾਰੀਫ ਦੇ ਲਾਇਕ ਹੈ। ਵੇਖ, ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਧਨ ਆਖਣਗੀਆਂ। ਧਨ ਹੈ ਤੇਰੇ ਪੇਟ ਦਾ ਫਲ ਯਿਸੂ। ਜਦ ਅਸੀਂ ਇਹ ਕਹਿੰਦੇ ਹਾਂ ਤਾਂ ਸਾਡੀ ਇਹ ਦੁਆ ਹੁੰਦੀ ਹੈ ਕਿ ਯਿਸੂ ਮਸੀਹ ਸਾਡਾ ਖੁਦਾਵੰ, ਧੰਨ ਕੁਆਰੀ ਦਾ ਬੇਟਾ ਸਭਨਾਂ ਨਾਲੋਂ ਵੱਧ ਅਤੇ ਹਮੇਸ਼ਾ ਲਈ ਮੁਬਾਰਕ ਹੈ। ਮੁਕੱਦਸ ਮਰੀਮ ਆਪ ਫਰਮਾਉਂਦੀ ਹੈ, ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ ਕਿਉਂਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਮੇਰੇ ਲਈ ਮਹਾਨ ਕੰਮ ਕੀਤੇ ਹਨ। ਉਸ ਦਾ ਨਾਮ ਪਵਿੱਤਰ ਹੈ। ਪ੍ਰਸ਼ਨ ਦੂਸਰਾ, ਸਲਾਮ ਏ ਮਰੀਮ ਦੀ ਦੁਆ ਕਿੰਨੇ ਹਿੱਸਿਆਂ ਵਿੱਚ ਵੰਡੀ ਗਈ ਹੈ? ਉੱਤਰ, ਸਲਾਮ ਏ ਮਰੀਮ ਦੀ ਦੁਆ 2 ਹਿੱਸਿਆਂ ਵਿੱਚ ਵੰਡੀ ਗਈ ਹੈ। ਸਲਾਮ ਏ ਮਰੀਮ ਦੀ ਦੁਆ ਦਾ ਪਹਿਲਾ ਹਿੱਸਾ ਜਬਰਾਇਲ ਫਰਿਸ਼ਤੇ ਅਤੇ ਸੰਤਨੀ ਮਰੀਮ ਨੇ ਰੂਹ ਪਾਕ ਦੇ ਨਾਲ ਸਲਾਮ ਏ ਮਰੀਮ ਦਾ ਪਹਿਲਾ ਹਿੱਸਾ ਬਣਾਇਆ। ਕਲੀਸਿਆ ਨੇ ਸ਼ਬਦ ਸਲਾਮ ਏ ਮਰੀਮ ਦੇ ਬਾਅਦ ਅਤੇ ਯਿਸੂ ਤੇਰੇ ਪੇਟ ਦਾ ਫਲ ਦੇ ਬਾਅਦ ਵਿੱਚ ਜੋੜੇ ਹਨ। ਕਲੀਸਿਆ ਨੇ ਦੂਸਰਾ ਹਿੱਸਾ ਯਾਨੀ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਵੀ ਬਣਾਇਆ ਹੈ। ਸਲਾਮ ਏ ਮਰੀਮ ਫਜ਼ਲ ਨਾਲ ਭਰੀ ਹੋਈ, ਮੁਕੱਦਸ ਮਰੀਮ ਫਜ਼ਲ ਨਾਲ ਭਰੀ ਹੋਈ ਇਸ ਲਈ ਅਖਵਾਉਂਦੀ ਹੈ ਕਿਉਂਕਿ ਉਸਨੇ ਆਪਣੀ ਜ਼ਿੰਦਗੀ ਦੇ ਸ਼ੁਰੂ ਤੋਂ ਹੀ ਹਰ ਇਨਸਾਨ ਅਤੇ ਹਰ ਫਰਿਸ਼ਤੇ ਨਾਲੋਂ ਵੱਧ ਫਜ਼ਲ ਪਾਇਆ। ਤੂੰ ਔਰਤਾਂ ਵਿੱਚੋਂ ਧਨ ਹੈ। ਮੁਕੱਦਸ ਮਰੀਮ ਔਰਤਾਂ ਵਿੱਚੋਂ ਧਨ ਹੈ ਯਾਨੀ ਖੁਸ਼ ਨਸੀਬ ਹੈ ਅਤੇ ਸਭ ਔਰਤਾਂ ਵਿੱਚੋਂ ਤਾਰੀਫ ਦੇ ਲਾਇਕ ਹੈ। ਵੇਖ, ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ। ਧੰਨ ਹੈ ਤੇਰੇ ਪੇਟ ਦਾ ਫਲ ਯਿਸੂ। ਜਦ ਅਸੀਂ ਇਹ ਕਹਿੰਦੇ ਹਾਂ ਤਾਂ ਸਾਡੀ ਇਹ ਦੁਆ ਹੁੰਦੀ ਹੈ ਕਿ ਯਿਸੂ ਮਸੀਹ ਸਾਡਾ ਖੁਦਾਵੰ, ਧੰਨ ਕੁਆਰੀ ਦਾ ਬੇਟਾ ਸਭਨਾਂ ਨਾਲੋਂ ਵੱਧ ਅਤੇ ਹਮੇਸ਼ਾ ਲਈ ਮੁਬਾਰਕ ਹੈ। ਸਲਾਮ ਏ ਮਰੀਮ ਦੁਆ ਦਾ ਦੂਸਰਾ ਹਿੱਸਾ ਕਲੀਸਿਆ ਨੇ ਰੂਹ ਪਾਕ ਦੀ ਹਦਾਇਤ ਨਾਲ ਸਲਾਮ ਏ ਮਰੀਮ ਦਾ ਦੂਸਰਾ ਹਿੱਸਾ ਬਣਾਇਆ। ਅਸਾਂ ਗੁਨਾਹਗਾਰਾਂ ਲਈ ਦੁਆ ਕਰ ਅਸੀਂ ਇਸ ਲਈ ਕਹਿੰਦੇ ਹਾਂ ਤਾਂ ਜੋ ਆਪਣੀ ਰੂਹਾਨੀ ਗਰੀਬੀ ਅਤੇ ਬੁਰਾਈ ਦੇ ਲਈ ਮਾਂ ਮਰੀਮ ਦਾ ਰਹਿਮ ਅਤੇ ਤਰਸ ਮੰਗੀਏ ਅਤੇ ਉਸਦੀ ਸਿਫਾਰਿਸ਼ ਉੱਤੇ ਆਪਣਾ ਭਰੋਸਾ ਜ਼ਾਹਰ ਕਰੀਏ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਅਸੀਂ ਇਸ ਲਈ ਕਹਿੰਦੇ ਹਾਂ ਕਿਉਂ ਜੋ ਸਾਨੂੰ ਹਰ ਵੇਲੇ ਮਾਂ ਮਰੀਮ ਦੀ ਮਦਦ ਤੇ ਹਿਫਾਜ਼ਤ ਦੀ ਲੋੜ ਰਹਿੰਦੀ ਹੈ, ਖਾਸ ਕਰਕੇ ਸਾਡੀ ਮੌਤ ਦੇ ਵੇਲੇ। ਪ੍ਰਸ਼ਨ ਤੀਸਰਾ, ਕੈਥੋਲਿਕ ਕਲੀਸਿਆ ਧੰਨ ਕੁਆਰੀ ਮਰੀਮ ਦੀ ਇੰਨੀ ਇੱਜ਼ਤ ਕਿਉਂ ਕਰਦੀ ਹੈ? ਉੱਤਰ, ਕੈਥੋਲਿਕ ਕਲੀਸਿਆ ਧੰਨ ਕੁਆਰੀ ਮਰੀਮ ਦੀ ਇੰਨੀ ਵੱਡੀ ਮੁਹੱਬਤ ਅਤੇ ਉਸਦੀ ਸ਼ਾਨ ਦਾ ਇਜ਼ਹਾਰ ਇਸ ਲਈ ਕਰਦੀ ਹੈ ਕਿਉਂਕਿ ਉਹ ਖੁਦਾ ਦੀ ਬੇਦਾਗ ਮਾਂ ਹੈ ਅਤੇ ਕਲੀਸਿਆ ਉਸਦੀਆਂ ਦੁਆਵਾਂ ਜਾਂ ਸਿਫਾਰਸ਼ਾਂ ਉੱਤੇ ਭਰੋਸਾ ਰੱਖਦੀ ਹੈ। ਕੈਥੋਲਿਕ ਮਾਂ ਮਰੀਮ ਦੀ ਮਸੀਹ ਨਾਲੋਂ ਬਹੁਤੀ ਇੱਜ਼ਤ ਨਹੀਂ ਕਰਦੇ ਕਿਉਂਕਿ ਮਸੀਹ ਨੂੰ ਤਾਂ ਉਹ ਸਿਜਦਾ ਕਰਦੇ ਹਨ ਤੇ ਧੰਨ ਕੁਆਰੀ ਮਰੀਮ ਨੂੰ ਖੁਦਾ ਦੀ ਸਭ ਤੋਂ ਉੱਤਮ ਇਨਸਾਨ ਸਮਝ ਕੇ ਸਿਰਫ ਇੱਜ਼ਤ ਕਰਦੇ ਹਨ। ਆਖਰ ਵਿੱਚ ਜਿਹੜੀ ਇੱਜ਼ਤ ਉਹ ਮਾਂ ਮਰੀਮ ਦੀ ਕਰਦੇ ਹਨ ਉਹ ਮਸੀਹ ਦੀ ਹੀ ਕੀਤੀ ਜਾਂਦੀ ਹੈ ਕਿਉਂਕਿ ਮਸੀਹ ਦੀ ਖਾਤਰ ਹੀ ਤਾਂ ਧੰਨ ਕੁਆਰੀ ਮਰੀਮ ਦੀ ਇੱਜ਼ਤ ਕਰਦੇ ਹਨ। ਧੰਨ ਕੁਆਰੀ ਮਰੀਮ ਹੁਣ ਸਵਰਗ ਵਿੱਚ ਹੈ, ਦੂਸਰੇ ਸੰਤਾਂ ਵਾਂਗ ਨਹੀਂ ਜਿਨ੍ਹਾਂ ਦੀ ਸਿਰਫ ਰੂਹ ਹੀ ਸਵਰਗ ਵਿੱਚ ਹੈ, ਪਰ ਖੁਦਾ ਨੇ ਧੰਨ ਕੁਆਰੀ ਮਰੀਮ ਦੇ ਬਦਨ ਨੂੰ ਜ਼ਿੰਦਾ ਕੀਤਾ ਤੇ ਫਿਰ ਉਸਦੀ ਰੂਹ ਨਾਲ ਮਿਲਾਇਆ। ਇਸ ਲਈ ਮਾਂ ਮਰੀਮ ਸਵਰਗ ਵਿੱਚ ਬਦਨ ਤੇ ਰੂਹ ਨਾਲ ਹੈ। ਜਿਸ ਤਰ੍ਹਾਂ ਕਿ ਚੁਣੇ ਹੋਏ ਆਖਰੀ ਦਿਨ ਹੋਣਗੇ, ਅਸੀਂ ਮਾਂ ਮਰੀਮ ਦੇ ਜ਼ਿੰਦਾ ਕੀਤੇ ਅਤੇ ਅਸਮਾਨ 'ਤੇ ਉਠਾਏ ਜਾਣ ਦੀ ਯਾਦਗਾਰੀ ਈਦ 15 ਅਗਸਤ ਨੂੰ ਮਨਾਉਂਦੇ ਹਾਂ। ਮਸੀਹ ਦੇ ਜੀ ਉੱਠਣ ਅਤੇ ਅਸਮਾਨ 'ਤੇ ਜਾਣ ਅਤੇ ਮੁਕੱਦਸ ਮਰੀਮ ਦੇ ਜ਼ਿੰਦਾ ਕੀਤੇ ਜਾਣ 'ਤੇ ਅਸਮਾਨ 'ਤੇ ਉਠਾਏ ਜਾਣ ਵਿੱਚ ਇਹ ਫਰਕ ਹੈ ਕਿ ਪ੍ਰਭੂ ਯਿਸੂ ਖੁਦਾ ਹੋਣ ਦੇ ਕਾਰਨ ਆਪਣੀ ਹੀ ਕੁਦਰਤ ਨਾਲ ਜੀ ਉੱਠਿਆ ਤੇ ਅਸਮਾਨ 'ਤੇ ਚੜ੍ਹ ਗਿਆ, ਪਰ
ਮੁਕੱਦਸ ਮਰੀਅਮ ਇਨਸਾਨ ਹੋਣ ਦੇ ਕਾਰਨ ਖੁਦਾ ਦੀ ਕੁਦਰਤ ਨਾਲ ਜ਼ਿੰਦਾ ਕੀਤੀ ਗਈ ਅਤੇ ਅਸਮਾਨ ਉੱਤੇ ਉਠਾਈ ਗਈ। ਪ੍ਰਸ਼ਨ ਚੌਥਾ, ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਉੱਤੇ ਇੱਕ ਨੋਟ ਲਿਖੋ। ਉੱਤਰ, ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਇਸ ਲਈ ਹੈ ਕਿ ਉਸ ਦਾ ਬੇਟਾ ਜਿਹੜਾ ਉਸ ਦੇ ਗਰਭੋਂ ਇਨਸਾਨ ਦੇ ਤੌਰ 'ਤੇ ਪੈਦਾ ਹੋਇਆ ਸਿਰਫ ਆਦਮੀ ਨਹੀਂ ਸਗੋਂ ਸੱਚਮੁੱਚ ਖੁਦਾ ਵੀ ਸੀ। ਕਿਸੇ ਕੈਥੋਲਿਕ ਦੇ ਦਿਲ ਵਿੱਚ ਕਦੀ ਇਹ ਖਿਆਲ ਨਹੀਂ ਆਇਆ ਕਿ ਧੰਨ ਕੁਆਰੀ ਮਰੀਅਮ ਨੇ ਮਸੀਹ ਨੂੰ ਉਸਦੀ ਖੁਦਾਈ ਜਾਤ ਬਖਸ਼ੀ। ਇਹ ਕਹਿਣਾ ਪਾਪ ਹੈ, ਪਰ ਮਾਂ ਮਰੀਅਮ ਸੱਚਮੁੱਚ ਮਸੀਹ ਦੀ ਮਾਂ ਹੈ। ਇਸ ਲਈ ਜੇ ਮਸੀਹ ਖੁਦਾ ਹੈ ਤਾਂ ਮਾਂ ਮਰੀਅਮ ਖੁਦਾ ਦੀ ਮਾਂ ਹੈ। ਅਸੀਂ ਮਾਂ ਮਰੀਅਮ ਨੂੰ ਸਾਡੀ ਮਾਂ ਵੀ ਕਹਿੰਦੇ ਹਾਂ। ਇਸ ਤੋਂ ਸਾਡਾ ਇਹ ਮਤਲਬ ਹੈ ਕਿ ਅਸੀਂ ਮੁਕੱਦਸ ਮਰੀਅਮ ਨੂੰ ਆਪਣੀ ਰਾਣੀ ਜ਼ਾਹਿਰ ਕਰੀਏ। ਸਾਡੇ ਰਾਜੇ ਮਸੀਹ ਦੀ ਮਾਂ ਦੇ ਹੋਣ ਦੇ ਨਾਤੇ ਉਹ ਸੱਚਮੁੱਚ ਰਾਣੀ ਹੈ। ਸਵਰਗ ਵਿੱਚ ਸਾਰਿਆਂ ਫਰਿਸ਼ਤਿਆਂ ਅਤੇ ਮੁਬਾਰਕ ਲੋਕਾਂ ਨਾਲੋਂ ਉੱਚੀਆਂ ਹੋਣ ਕਰਕੇ ਅਤੇ ਖੁਦਾ ਅੱਗੇ ਸਭ ਤੋਂ ਵੱਧ ਇੱਜ਼ਤ ਵਾਲੀ ਹੋਣ ਕਰਕੇ ਉਸ ਦਾ ਸਵਰਗ ਵਿੱਚ ਰਾਣੀ ਅਖਵਾਉਣਾ ਠੀਕ ਹੈ। ਧੰਨ ਕੁਆਰੀ ਮਾਂ ਮਰੀਅਮ ਦੀ ਸਿਫਾਰਿਸ਼ ਉੱਤੇ ਸਾਨੂੰ ਬਹੁਤਾ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਸਾਡੀ ਵੀ ਮਾਂ ਹੈ ਅਤੇ ਸਵਰਗ ਵਿੱਚ ਆਪਣੇ ਇਲਾਹੀ ਬੇਟੇ ਨਾਲ ਬੜਾ ਪਿਆਰ ਰੱਖਦੀ ਹੈ। ਅਸੀਂ ਮੁਕੱਦਸ ਮਾਂ ਮਰੀਅਮ ਨੂੰ ਸਾਡੀ ਮਾਂ ਇਸ ਲਈ ਕਹਿੰਦੇ ਹਾਂ। ਨੰਬਰ 1, ਕਿਉਂਕਿ ਉਹ ਸਾਨੂੰ ਬੇਹੱਦ ਰਹਿਮ ਨਾਲ ਪਿਆਰ ਕਰਦੀ ਹੈ। ਨੰਬਰ 2, ਸਾਨੂੰ ਮਸੀਹ ਬਖਸ਼ਣ ਨਾਲ ਉਸਨੇ ਰੂਹ ਦੀ ਰੂਹਾਨੀ ਜ਼ਿੰਦਗੀ ਦਿੱਤੀ ਹੈ। ਨੰਬਰ 3, ਮਸੀਹ ਦੇ ਭਰਾ ਹੋਣ ਦੇ ਨਾਤੇ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਉਹ ਸਾਡੀ ਵੀ ਮਾਂ ਹੈ। ਨੰਬਰ 4, ਕਿਉਂਕਿ ਯਿਸੂ ਮਸੀਹ ਨੇ ਸਲੀਬ ਉੱਤੇ ਧੰਨ ਮਾਂ ਮਰੀਅਮ ਨੂੰ ਸਾਡੀ ਮਾਂ ਮੁਕਰਰ ਕੀਤਾ। ਪ੍ਰਸ਼ਨ ਪੰਜਵਾਂ, ਮਰੀਅਮ ਔਰਤਾਂ ਵਿੱਚੋਂ ਧੰਨ ਹੈ, ਇੱਕ ਲੇਖ ਲਿਖੋ। ਉੱਤਰ, ਮਾਂ ਮਰੀਅਮ ਔਰਤਾਂ ਵਿੱਚੋਂ ਧੰਨ ਹੈ। ਜਿਵੇਂ ਹੀ ਐਲਿਜ਼ਬeth ਨੇ ਮਰੀਅਮ ਦਾ ਪ੍ਰਣਾਮ ਸੁਣਿਆ ਤਾਂ ਉਸ ਦੀ ਕੁੱਖ ਵਿੱਚੋਂ ਬੱਚਾ ਉਛਲ ਪਿਆ। ਉਸ ਵੇਲੇ ਐਲਿਜ਼ਬeth ਪਵਿੱਤਰ ਆਤਮਾ ਨਾਲ ਭਰ ਗਈ। ਮਰੀਅਮ ਦੀ ਹਜ਼ੂਰੀ ਐਲਿਜ਼ਬeth ਨੂੰ ਪਵਿੱਤਰ ਆਤਮਾ ਨਾਲ ਭਰ ਦਿੰਦੀ ਹੈ। ਮਰੀਅਮ ਨੂੰ ਐਲਿਜ਼ਬeth ਨਾਲੋਂ ਮਹਾਨ ਵਿਖਾਇਆ ਗਿਆ ਹੈ। ਬੇਸ਼ੱਕ ਐਲਿਜ਼ਬeth ਹਾਰੂਨ ਦੇ ਘਰਾਣੇ ਵਿੱਚੋਂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਖੁਦਾ ਦੀ ਵਿਵਸਥਾ ਅਨੁਸਾਰ ਬਤੀਤ ਕੀਤੀ, ਪਰ ਫਿਰ ਵੀ ਮਰੀਅਮ ਦੀ ਹਜ਼ੂਰੀ ਅਤੇ ਪ੍ਰਣਾਮ ਹੀ ਐਲਿਜ਼ਬeth ਅਤੇ ਉਸਦੇ ਬੱਚੇ ਨੂੰ ਪਵਿੱਤਰ ਆਤਮਾ ਨਾਲ ਭਰ ਦਿੰਦਾ ਹੈ। ਮਰੀਅਮ ਇੱਥੇ ਇੱਕ ਵਕੀਲਾ ਦਾ ਰੋਲ ਅਦਾ ਕਰਦੀ ਹੈ। ਐਲਿਜ਼ਬeth ਪਵਿੱਤਰ ਆਤਮਾ ਨਾਲ ਭਰ ਗਈ ਤੇ ਉੱਚੀ ਆਵਾਜ਼ ਦੇ ਕੇ ਬੋਲੀ, ਤੂੰ ਔਰਤਾਂ ਵਿੱਚੋਂ ਧੰਨ ਹੈ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ। ਅਸੀਂ ਪਾਕ ਅੰਜੀਲ ਵਿੱਚ ਵੀ ਪੜ੍ਹਦੇ ਹਾਂ ਕਿ ਮਰੀਅਮ ਨੇ ਅਜੇ ਤੱਕ ਆਪਣੀ ਕੁੱਖ ਦੇ ਇਲਾਹੀ ਭੇਦ ਬਾਰੇ ਕਿਸੇ ਨੂੰ ਨਹੀਂ ਸੀ ਦੱਸਿਆ, ਐਲਿਜ਼ਬeth ਨੂੰ ਵੀ ਨਹੀਂ। ਫਿਰ ਐਲਿਜ਼ਬeth ਇਸ ਬਾਰੇ ਕਿਵੇਂ ਜਾਣ ਗਈ? ਇਹ ਸਾਫ਼ ਹੈ ਕਿ ਸਿਰਫ ਪਵਿੱਤਰ ਆਤਮਾ ਹੀ ਹੈ ਇਸ ਬਾਰੇ ਐਲਿਜ਼ਬeth ਨੂੰ ਜਾਣਕਾਰੀ ਦਿੰਦੀ ਹੈ। ਮਰੀਅਮ ਦੀ ਖੁਦਾ ਦੀ ਯੋਜਨਾ ਵਿੱਚ ਹੋਰ ਵੀ ਇੱਜ਼ਤ ਵੱਧ ਜਾਂਦੀ ਹੈ ਜਦੋਂ ਐਲਿਜ਼ਬeth ਕਹਿੰਦੀ ਹੈ, ਇਹ ਮੇਰੇ ਧੰਨ ਭਾਗ ਹਨ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲ ਕੇ ਆਈ ਹੈ। ਐਲਿਜ਼ਬeth ਮਰੀਅਮ ਦੇ ਦਰਸ਼ਨ ਨੂੰ ਆਪਣੇ ਲਈ ਇੱਕ ਅਸੀਸ ਸਮਝਦੀ। ਐਲਿਜ਼ਬeth ਮਰੀਅਮ ਵਿੱਚ ਖੁਦਾ ਦੀ ਮਾਂ ਵੇਖਦੀ ਹੈ। ਇਹ ਪਵਿੱਤਰ ਆਤਮਾ ਹੈ ਜੋ ਐਲਿਜ਼ਬeth ਨੂੰ ਇਹ ਮਹਾਨ ਭੇਦ ਸਮਝਣ ਦੀ ਸ਼ਕਤੀ ਦਿੰਦਾ ਹੈ। ਮਰੀਅਮ ਖੁਦਾ ਦੀ ਮਾਂ ਬਣਨ ਦੁਆਰਾ ਸਾਰੀਆਂ ਔਰਤਾਂ ਵਿੱਚੋਂ ਧੰਨ ਹੈ। ਉਸ ਦੀ ਕੁੱਖ ਦਾ ਫਲ ਉਸ ਨੂੰ ਮਹਾਨ ਬਣਾਉਂਦਾ ਹੈ। ਐਲਿਜ਼ਬeth ਵੀ ਮਰੀਅਮ 'ਤੇ ਵਿਸ਼ਵਾਸ ਦੀ ਤਾਰੀਫ ਕਰਦੀ ਹੈ। ਤੂੰ ਧੰਨ ਹੈ ਜਿਸਨੇ ਪ੍ਰਭੂ ਦੀਆਂ ਗੱਲਾਂ 'ਤੇ ਵਿਸ਼ਵਾਸ ਕੀਤਾ ਕਿ ਉਹ ਜ਼ਰੂਰ ਪੂਰੀਆਂ ਹੋਣਗੀਆਂ।